तवारीखे खालसा नाल जुड़े समूह दर्शकों का स्वागत है। फतेह प्रवान करो जी। वाहिगुरू जी का खालसा वाहिगुरू जी की फतेह। सिख तवारीख विचों अज गल करांगे अंग्रेज़ां ते सिखां दी पहली लड़ाई बारे। 1845 तो 46 ईस्वी दी जंग हिंद पंजाब दा होण लगा। दोवें पातशाही फौजां भारियां नी। अज होवे सरकार दा मुੱਲ पावे, ਜਿਹੜੀਆਂ खालसे ने तेगां मारियां नी। सने आदमी गोलियां नाल उड्डण, हाथी डिगदे सने अंबारियां नी। शाह मुहम्मदा एक सरकार वाजों फौजां जित के अंत नूं हारियां नी। ਇਹ ਲੜਾਈ ਦਸੰਬਰ 1845 ਈਸਵੀ ਤੋਂ ਫਰਵਰੀ 1846 ਈਸਵੀ ਵਿਚਾਲੇ ਲੜੀ ਗਈ ਸੀ। ਮੁੱਖ ਤੌਰ ਤੇ ਇਸ ਲੜਾਈ ਦੀਆਂ 5 ਭਿੜੰਤਾਂ ਉਲੇਖਯੋਗ ਹਨ। ਇਹ ਹਨ ਮੁਦਕੀ 18 ਦਸੰਬਰ 1845 ਈਸਵੀ, ਫਿਰੋਜ਼ ਸ਼ਹਿਰ 21 ਦਸੰਬਰ 1845 ਈਸਵੀ, ਬਦੋਵਾਲ 21 ਜਨਵਰੀ 1846 ਈਸਵੀ, ਅਲੀਵਾਲ 28 ਜਨਵਰੀ 1846 ਈਸਵੀ, ਸਭਰਾਓ 18 ਫਰਵਰੀ 1846 ਈਸਵੀ। ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਪਸਰੀ ਅਰਾਜਕਤਾ ਤੋਂ ਅੰਗਰੇਜ਼ ਪੂਰਾ ਲਾਭ ਉਠਾਉਣਾ ਚਾਹੁੰਦੇ ਸਨ। ਉਹਨਾਂ ਨੇ ਪੰਜਾਬ ਦੀ ਸਰਹੱਦ ਉੱਤੇ ਆਪਣੀ ਸੈਨਿਕ ਸ਼ਕਤੀ ਵਧਾਉਣੀ ਸ਼ੁਰੂ ਕਰ ਦਿੱਤੀ। ਉਧਰ ਸਿੱਖ ਸੈਨਾ ਅੰਗਰੇਜ਼ਾਂ ਦੀਆਂ ਸਾਮਰਾਜਵਾਦੀ ਯੋਜਨਾਵਾਂ ਕਰਕੇ ਉਹਨਾਂ ਦੇ ਵਿਰੁੱਧ ਹੋ ਗਈ। ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਅਧੀਨ ਕਰਨ ਲਈ ਭਾਵੇਂ ਗਵਰਨਰ ਜਨਰਲ ਲਾਰਡ ਐਲਨਬਰਾ ਨੇ ਹੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਪਰ ਜੁਲਾਈ 1844 ਈਸਵੀ ਵਿੱਚ ਉਸ ਦੀ ਥਾਂ ਉੱਤੇ ਲਾਰਡ ਹੈਨਰੀ ਹਾਰਡਿੰਗ ਨੂੰ ਹਿੰਦੁਸਤਾਨ ਦਾ ਗਵਰਨਰ ਜਨਰਲ ਬਣਾ ਦਿੱਤਾ ਗਿਆ। ਉਹ ਇੱਕ ਹੰਢਿਆ ਹੋਇਆ ਸੈਨਾਪਤੀ ਸੀ। ਉਸਨੇ ਆਉਂਦਿਆਂ ਹੀ ਸਿੱਖਾਂ ਨਾਲ ਯੁੱਧ ਕਰਕੇ ਲਾਹੌਰ ਉੱਤੇ ਕਬਜ਼ਾ ਕਰਨ ਦਾ ਮਨ ਬਣਾ ਲਿਆ। ਉਸਨੇ ਪੰਜਾਬ ਦੀਆਂ ਸਰਹੱਦਾਂ ਉੱਤੇ ਵਿਸ਼ੇਸ਼ ਰੂਪ ਵਿੱਚ ਫਿਰੋਜ਼ਪੁਰ, ਲੁਧਿਆਣਾ, ਅੰਬਾਲਾ ਅਤੇ ਮੇਰਠ ਵਿੱਚ ਸੈਨਿਕਾਂ ਤੇ ਤੋਪਾਂ ਦੀ ਗਿਣਤੀ ਕਾਫੀ ਵਧਾ ਦਿੱਤੀ। ਸਤਲੁਜ ਨਦੀ ਉੱਤੇ ਬੇੜੀਆਂ ਦਾ ਪੁਲ ਬਣਾਉਣ ਲਈ ਬੰਬਈ ਵਿੱਚ 35-35 ਟਨ ਦੀਆਂ 70 ਬੇੜੀਆਂ ਤਿਆਰ ਕਰਵਾਈਆਂ ਗਈਆਂ। ਲੁਧਿਆਣੇ ਵਿੱਚ ਬ੍ਰਿਟਿਸ਼ ਏਜੰਟ ਵਜੋਂ ਨਿਯੁਕਤ ਮੇਜਰ ਬਰਾਡਫੁੱਟ ਉਸ ਵਕਤ ਗਵਰਨਰ ਜਨਰਲ ਦਾ ਸਭ ਤੋਂ ਵੱਡਾ ਸਲਾਹਕਾਰ ਸੀ। ਉਸ ਦੀ ਸਲਾਹ ਨਾਲ 6 ਦਸੰਬਰ 1845 ਈਸਵੀ ਨੂੰ ਗਵਰਨਰ ਜਨਰਲ ਨੇ ਮੇਰਠ ਅਤੇ ਅੰਬਾਲਾ ਤੋਂ ਅੰਗਰੇਜ਼ੀ ਫੌਜਾਂ ਨੂੰ ਲੁਧਿਆਣੇ ਅਤੇ ਫਿਰੋਜ਼ਪੁਰ ਜਾਣ ਦਾ ਆਦੇਸ਼ ਦਿੱਤਾ। ਇਹ ਫੌਜਾਂ 11 ਦਸੰਬਰ ਤੱਕ ਆਪਣੀਆਂ ਨਿਸ਼ਚਿਤ ਥਾਵਾਂ ਤੇ ਪਹੁੰਚ ਗਈਆਂ। ਸਤੰਬਰ 1845 ਈਸਵੀ ਵਿੱਚ ਲਾਲ ਸਿੰਘ ਲਾਹੌਰ ਰਾਜ ਦਾ ਪ੍ਰਧਾਨ ਮੰਤਰੀ ਬਣਿਆ ਅਤੇ ਤੇਜ ਸਿੰਘ ਨੇ ਸਿੱਖ ਸੈਨਾ ਦੇ ਪ੍ਰਧਾਨ ਸੈਨਾਪਤੀ ਦਾ ਅਹੁਦਾ ਸੰਭਾਲਿਆ। ਇਹ ਦੋਵੇਂ ਸਿੱਖ ਫੌਜ ਤੋਂ ਬਹੁਤ ਘਬਰਾਉਂਦੇ ਸਨ ਤੇ ਉਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਸਨ। ਅੰਦਰੋਂ ਉਹ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਇਸ ਪ੍ਰਕਾਰ ਨਾਲ ਲਾਹੌਰ ਦਰਬਾਰ ਵਿੱਚ ਉਹ ਅੰਗਰੇਜ਼ਾਂ ਦੇ ਏਜੰਟ ਸਨ। 11-12 ਦਸੰਬਰ 1845 ਈਸਵੀ ਨੂੰ ਲਗਭਗ 60,000 ਸਿੱਖ ਸੈਨਿਕਾਂ ਸਹਿਤ ਲਾਲ ਸਿੰਘ ਅਤੇ ਤੇਜ ਸਿੰਘ ਸਤਲੁਜ ਦਰਿਆ ਦੇ ਕੰਢੇ ਪਹੁੰਚ ਗਏ ਅਤੇ ਬਹੁਤੀ ਫੌਜ ਨੇ ਦਰਿਆ ਵੀ ਪਾਰ ਕਰ ਲਿਆ। 13 ਦਸੰਬਰ ਨੂੰ ਲਾਰਡ ਹਾਰਡਿੰਗ ਵੀ ਸਿੱਖਾਂ ਦੇ ਵਿਰੁੱਧ ਲੜਾਈ ਲਈ ਆ ਡਟਿਆ। ਉਸ ਸਮੇਂ ਅੰਗਰੇਜ਼ਾਂ ਕੋਲ ਫਿਰੋਜ਼ਪੁਰ ਵਿੱਚ ਕੇਵਲ 8,000 ਸੈਨਿਕ ਸਨ। ਜੇ ਲਾਲ ਸਿੰਘ ਤੁਰੰਤ ਹਮਲਾ ਕਰ ਦਿੰਦਾ ਤਾਂ ਅੰਗਰੇਜ਼ਾਂ ਦੀ ਹਾਰ ਯਕੀਨੀ ਸੀ, ਪਰ ਅੰਗਰੇਜ਼ਾਂ ਨਾਲ ਮਿਲੇ ਹੋਣ ਕਾਰਨ ਉਹ ਹਮਲਾ ਕਰਨੋਂ ਟਲਦਾ ਰਿਹਾ। ਜਦੋਂ ਤੱਕ ਸਰ ਹਿਊਗ ਗੱਫ ਇੱਕ ਵੱਡੀ ਅੰਗਰੇਜ਼ ਸੈਨਾ ਲੈ ਕੇ ਮੁਦਕੀ ਵਾਲੇ ਸਥਾਨ ਉੱਤੇ ਨਾ ਪਹੁੰਚ ਗਿਆ, ਉਧਰੋਂ ਲਾਲ ਸਿੰਘ ਮੁਕਾਬਲਤਨ ਥੋੜੀ ਫੌਜ ਲੈ ਕੇ ਲੜਾਈ ਲਈ ਜਾ ਡਟਿਆ ਅਤੇ 18 ਦਸੰਬਰ 1845 ਈਸਵੀ ਨੂੰ ਲੜਾਈ ਸ਼ੁਰੂ ਹੁੰਦਿਆਂ ਹੀ ਪਹਿਲਾਂ ਮਿੱਥੀ ਸਾਜ਼ਿਸ਼ ਅਨੁਸਾਰ ਯੁੱਧ ਭੂਮੀ ਵਿੱਚੋਂ ਭੱਜ ਨਿਕਲਿਆ। ਸਿੱਖ ਸੈਨਿਕ ਬੜੀ ਵੀਰਤਾ ਨਾਲ ਲੜੇ ਪਰ ਹਾਰ ਗਏ। ਮੁਦਕੀ ਦੀ ਲੜਾਈ ਤੋਂ ਬਾਅਦ 20 ਦਸੰਬਰ 1845 ਈਸਵੀ ਨੂੰ ਫਿਰੋਜ਼ਪੁਰ ਤੋਂ ਜਾਨ ਹਿਟਲਰ ਦਾ ਸੈਨਾ ਦਲ ਹਿਊਗ ਗੱਫ ਦੀ ਸੈਨਾ ਨਾਲ ਆ ਰਲਿਆ। 21 ਦਸੰਬਰ ਦੀ ਸ਼ਾਮ ਨੂੰ ਅੰਗਰੇਜ਼ ਸੈਨਾ ਨੇ ਫਿਰੋਜ਼ ਸ਼ਹਿਰ ਕੋਲ ਡੇਰੇ ਲਾਈ ਬੈਠੀ ਸਿੱਖ ਸੈਨਾ ਉੱਤੇ ਹਮਲਾ ਬੋਲ ਦਿੱਤਾ। ਘਮਸਾਣ ਯੁੱਧ ਤੋਂ ਬਾਅਦ ਸਿੱਖਾਂ ਦੀ ਚੜ੍ਹਤ ਹੋ ਗਈ, ਪਰ ਲਾਲ ਸਿੰਘ ਅਤੇ ਤੇਜ ਸਿੰਘ ਦੁਬਾਰਾ ਯੁੱਧ ਭੂਮੀ ਵਿੱਚੋਂ ਖਿਸਕਣ ਕਾਰਨ 22 ਦਸੰਬਰ ਨੂੰ ਅੰਗਰੇਜ਼ ਫੌਜ ਦੀ ਹਾਰ ਜਿੱਤ ਵਿੱਚ ਬਦਲ ਗਈ। ਇਸ ਲੜਾਈ ਵਿੱਚ ਅੰਗਰੇਜ਼ਾਂ ਨੇ 73 ਤੋਪਾਂ ਸਿੱਖਾਂ ਤੋਂ ਖੋਹੀਆਂ ਤੇ ਉਹਨਾਂ ਦੇ 700 ਸਿਪਾਹੀ ਅਤੇ ਅਧਿਕਾਰੀ ਮਾਰੇ ਅਤੇ 1700 ਘਾਇਲ ਕਰ ਦਿੱਤੇ। ਫਿਰੋਜ਼ ਸ਼ਹਿਰ ਤੋਂ ਹਾਰ ਕੇ ਸਿੱਖ ਫੌਜ ਸਤਲੁਜ ਪਾਰ ਕਰਕੇ ਆਪਣੇ ਇਲਾਕੇ ਵਿੱਚ ਪਹੁੰਚੀ
ਅਤੇ ਆਪਣੀ ਹਾਰ ਦਾ ਬਦਲਾ ਲੈਣ ਲਈ ਸਭਰਾਉਂ ਦੇ ਨੇੜੇ ਤਿਆਰੀ ਵਿੱਚ ਜੁਟ ਗਈ। ਉਧਰ ਅੰਗਰੇਜ਼ ਫੌਜ ਵੀ ਫਿਰੋਜ਼ਪੁਰ ਦੀ ਛਾਉਣੀ ਵਿੱਚ ਆਪਣੀ ਤਿਆਰੀ ਕਰਨ ਲੱਗੀ। ਇਸੇ ਦੌਰਾਨ ਲੁਧਿਆਣੇ ਦੇ ਨੇੜੇ ਬੱਦੋਵਾਲ ਅਤੇ ਅਲੀਵਾਲ ਵਿੱਚ ਅੰਗਰੇਜ਼ ਅਤੇ ਸਿੱਖ ਫੌਜਾਂ ਵਿਚਾਲੇ ਦੋ ਨਿੱਕੀਆਂ-ਨਿੱਕੀਆਂ ਲੜਾਈਆਂ ਹੋਈਆਂ। ਸਿੱਖ ਫੌਜ ਦੇ ਜਰਨੈਲ ਰਣਜੋਧ ਸਿੰਘ ਦੇ ਵਿਸ਼ਵਾਸਘਾਤ ਕਾਰਨ ਇੱਥੇ ਵੀ 28 ਜਨਵਰੀ 1846 ਈਸਵੀ ਨੂੰ ਅੰਗਰੇਜ਼ਾਂ ਦੀ ਜਿੱਤ ਹੋਈ। ਭਾਵੇਂ ਅੰਗਰੇਜ਼ਾਂ ਦੇ ਕਾਫੀ ਸੈਨਿਕ ਮਾਰੇ ਗਏ, ਸਿੱਖਾਂ ਤੇ ਅੰਗਰੇਜ਼ਾਂ ਦੀ ਅਖੀਰਲੀ ਅਤੇ ਨਿਰਣਾਇਕ ਲੜਾਈ 10 ਫਰਵਰੀ 1846 ਈਸਵੀ ਨੂੰ ਸਭਰਾਵਾਂ ਦੇ ਸਥਾਨ ਤੇ ਹੋਈ। ਇਸ ਲੜਾਈ ਵਿੱਚ 30,000 ਸਿੱਖ ਫੌਜੀ ਸਣੇ 70 ਤੋਪਾਂ ਬੇੜੀਆਂ ਦੇ ਪੁਲ ਰਾਹੀਂ ਦਰਿਆ ਪਾਰ ਕਰਕੇ ਯੁੱਧ ਲਈ ਆ ਡਟੀ। ਫੌਜਾਂ ਵਿੱਚ ਲਾਲ ਸਿੰਘ ਅਤੇ ਤੇਜ ਸਿੰਘ ਦੇ ਧਰੋਹ ਦੇ ਬਾਵਜੂਦ ਬੜਾ ਉਤਸ਼ਾਹ ਸੀ, ਪਰ ਲਾਹੌਰ ਦਰਬਾਰ ਵਿੱਚ ਸਿੱਖ ਫੌਜਾਂ ਨੂੰ ਨਸ਼ਟ ਕਰਾਉਣ ਦੀਆਂ ਕਾਰਵਾਈਆਂ ਜ਼ੋਰਾਂ ਤੇ ਸਨ। ਰਾਜਾ ਗੁਲਾਬ ਸਿੰਘ ਨੂੰ ਜੰਮੂ ਤੋਂ ਬੁਲਵਾ ਕੇ ਲਾਹੌਰ ਦਰਬਾਰ ਦਾ ਅੰਗਰੇਜ਼ਾਂ ਨਾਲ ਗੁਪਤ ਸਮਝੌਤਾ ਕਰ ਲਿਆ ਗਿਆ ਸੀ ਅਤੇ ਸਿੱਖ ਫੌਜ ਨੂੰ ਖਤਮ ਕਰਨ ਦਾ ਮਨਸੂਬਾ ਵੀ ਬਣਾ ਲਿਆ ਗਿਆ ਸੀ। ਉਧਰ ਸਾਰੇ ਭੇਦ ਅਤੇ ਫੌਜੀ ਮੋਰਚਾਬੰਦੀ ਦੀ ਕਾਰਵਾਈ ਲਾਲ ਸਿੰਘ ਨੇ 8 ਫਰਵਰੀ ਨੂੰ ਆਪਣੇ ਵਿਸ਼ਵਾਸ ਪਾਤਰ ਸ਼ਮਸ਼ਦੀਨ ਖਾਨ ਕਸੂਰੀਏ ਰਾਹੀਂ ਮੇਜਰ ਲਾਰੈਂਸ ਪਾਸ ਪਹੁੰਚਾ ਦਿੱਤੀ ਸੀ। 10 ਫਰਵਰੀ 1846 ਈਸਵੀ ਨੂੰ ਦੋਹਾਂ ਧਿਰਾਂ ਵਿੱਚ ਭਿਆਨਕ ਲੜਾਈ ਆਰੰਭ ਹੋਈ। ਗਿਣੀ ਮਿਥੀ ਸਾਜ਼ਿਸ਼ ਅਨੁਸਾਰ ਸਿੱਖ ਫੌਜ ਦਾ ਕਮਾਂਡਰ ਇਨ ਚੀਫ ਤੇਜ ਸਿੰਘ ਪਹਿਲਾ ਗੋਲਾ ਚੱਲਦਿਆਂ ਹੀ ਯੁੱਧ ਭੂਮੀਓਂ ਭੱਜ ਨਿਕਲਿਆ ਅਤੇ ਜਾਂਦਿਆਂ ਬੇੜੀਆਂ ਦਾ ਪੁਲ ਵੀ ਤੋੜ ਗਿਆ, ਜੋ ਫੌਜ ਪਰਤ ਕੇ ਦਰਿਆ ਪਾਰ ਨਾ ਕਰ ਸਕੇ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਇਸ ਯੁੱਧ ਵਿੱਚ ਬੜੀ ਬਹਾਦਰੀ ਨਾਲ ਵੀਰਗਤੀ ਪ੍ਰਾਪਤੀ ਕੀਤੀ। ਨਾਇਕਹੀਨ ਸਿੱਖ ਫੌਜ ਦੇ ਅੰਤ ਵਿੱਚ ਯੁੱਧ ਭੂਮੀ ਤੋਂ ਪੈਰ ਉਖੜ ਗਏ। ਪੁਲ ਟੁੱਟ ਚੁੱਕਾ ਸੀ। ਜਾਨਾਂ ਬਚਾਉਣ ਲਈ ਉਹ ਦਰਿਆ ਵਿੱਚ ਕੁੱਦ ਪਏ, ਪਰ ਵੈਰੀਆਂ ਦੀਆਂ ਬੰਦੂਕਾਂ ਨੇ ਹਜ਼ਾਰਾਂ ਸਿਪਾਹੀ ਭੁੰਨ ਦਿੱਤੇ। ਸਿੱਖ ਫੌਜ ਦੀ ਬੁਰੀ ਤਰ੍ਹਾਂ ਹਾਰ ਹੋਈ। ਅੰਗਰੇਜ਼ ਸਰਕਾਰ ਅਤੇ ਲਾਹੌਰ ਦਰਬਾਰ ਵਿੱਚ ਯੁੱਧ ਤੋਂ ਪਹਿਲਾਂ ਹੋਏ ਗੁਪਤ ਸਮਝੌਤੇ ਅਨੁਸਾਰ 12 ਫਰਵਰੀ 1846 ਨੂੰ ਗਵਰਨਰ ਜਨਰਲ ਦਰਿਆਓ ਪਾਰ ਕਸੂਰ ਪਹੁੰਚ ਗਿਆ ਅਤੇ ਗੁਲਾਬ ਸਿੰਘ ਲਾਹੌਰ ਦਰਬਾਰ ਦੇ ਕੁਝ ਅਧਿਕਾਰੀਆਂ ਸਹਿਤ ਉਹਨਾਂ ਨੂੰ ਕਸੂਰੋਂ ਲੈਣ ਆਇਆ। ਜੰਮੂ ਕਸ਼ਮੀਰ ਦਾ ਇਲਾਕਾ 75 ਲੱਖ ਰੁਪਏ ਦੀ ਨਾਮਾਤਰ ਰਕਮ ਦੇ ਬਦਲੇ ਰਾਜਾ ਗੁਲਾਬ ਸਿੰਘ ਨੂੰ ਦੇ ਦਿੱਤਾ ਗਿਆ। ਸਤਲੁਜ ਅਤੇ ਬਿਆਸ ਵਿਚਲਾ ਇਲਾਕਾ ਅੰਗਰੇਜ਼ੀ ਰਾਜ ਨਾਲ ਮਿਲਾ ਲਿਆ ਗਿਆ ਅਤੇ ਲਾਹੌਰ ਸਰਕਾਰ ਦੇ ਰਹਿੰਦੇ ਇਲਾਕੇ ਉੱਤੇ ਦਲੀਪ ਸਿੰਘ ਦਾ ਰਾਜ ਮੰਨ ਲਿਆ ਗਿਆ। ਸਿੱਖ ਫੌਜ ਦੀ ਨਫਰੀ ਬਹੁਤ ਘਟਾ ਦਿੱਤੀ ਗਈ। ਅੰਗਰੇਜ਼ ਰੈਜ਼ੀਡੈਂਟ ਲਾਹੌਰ ਵਿੱਚ ਰਹਿਣ ਲੱਗ ਪਿਆ ਅਤੇ ਗੋਰਾ ਫੌਜ ਦੀ ਛਾਉਣੀ ਲਾਹੌਰ ਵਿੱਚ ਕਾਇਮ ਕਰ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਰਾਜਾ ਗੁਲਾਬ ਸਿੰਘ ਕਸ਼ਮੀਰ ਰਾਜ ਦੀ ਵਾਂਗਡੋਰ ਸੰਭਾਲਣ ਗਿਆ ਤਾਂ ਉੱਥੇ ਲਾਹੌਰ ਦਰਬਾਰ ਵੱਲੋਂ ਨਿਯੁਕਤ ਹਾਕਮ ਸ਼ੇਖ ਇਮਾਮਉੱਦੀਨ ਨੇ ਰਾਜ ਅਧਿਕਾਰ ਸੌਂਪਣੋਂ ਇਨਕਾਰ ਕਰ ਦਿੱਤਾ। ਇਸ ਸਭ ਦਾ ਮੂਲ ਕਾਰਨ ਇਹ ਸੀ ਕਿ ਪ੍ਰਧਾਨ ਮੰਤਰੀ ਲਾਲ ਸਿੰਘ ਨੇ ਸ਼ੇਖ ਨੂੰ ਕਬਜ਼ਾ ਦੇਣੋਂ ਰੋਕਿਆ ਹੋਇਆ ਸੀ। ਫਲਸਰੂਪ ਅੰਗਰੇਜ਼ਾਂ ਨੇ ਸੈਨਿਕ ਸ਼ਕਤੀ ਦੇ ਬਲ ਤੇ ਰਾਜਾ ਗੁਲਾਬ ਸਿੰਘ ਨੂੰ ਰਾਜ ਅਧਿਕਾਰ ਦਿਵਾਇਆ ਅਤੇ ਲਾਲ ਸਿੰਘ ਨੂੰ ਅੰਗਰੇਜ਼ਾਂ ਦੇ ਫੈਸਲੇ ਵਿੱਚ ਰੋੜਾ ਬਣਨ ਕਰਕੇ ਪ੍ਰਧਾਨ ਮੰਤਰੀ ਦੇ ਪਦ ਤੋਂ ਹਟਾ ਦਿੱਤਾ ਅਤੇ ਪੈਨਸ਼ਨ ਦੇ ਕੇ ਪੰਜਾਬੋਂ ਬਾਹਰ ਭੇਜ ਦਿੱਤਾ। ਜੰਗ ਤੋਂ ਬਾਅਦ ਹੋਏ ਐਧਨਾਮੇ ਮੁਤਾਬਕ ਸਾਲ 1846 ਈਸਵੀ ਦੇ ਅੰਤ ਵਿੱਚ ਅੰਗਰੇਜ਼ ਫੌਜ ਨੇ ਲਾਹੌਰੋਂ ਜਾਣਾ ਸੀ, ਪਰ ਉਸ ਨੂੰ ਵਾਪਸ ਨਾ ਕੀਤਾ ਗਿਆ ਅਤੇ 16 ਦਸੰਬਰ 1846 ਈਸਵੀ ਨੂੰ ਭੈਰੋਵਾਲ ਪਿੰਡ ਵਾਲੀ ਥਾਂ ਤੇ ਨਵਾਂ ਐਧਨਾਮਾ ਕੀਤਾ ਗਿਆ। ਭੈਰੋਵਾਲ ਵਾਲੇ ਐਧਨਾਮੇ ਅਨੁਸਾਰ ਗਵਰਨਰ ਜਨਰਲ ਵੱਲੋਂ ਨਿਯੁਕਤ ਕੀਤੇ ਗਏ ਅੰਗਰੇਜ਼ ਅਧਿਕਾਰੀ ਨੂੰ ਹਰ ਇੱਕ ਮਹਿਕਮੇ ਦੇ ਹਰ ਇੱਕ ਕੰਮ ਵਿੱਚ ਦਖਲ ਦੇਣ ਦੇ ਸਿੱਧੇ ਅਤੇ ਪੂਰੇ ਅਧਿਕਾਰ ਹੋਣਗੇ। ਗਵਰਨਰ ਜਨਰਲ ਲੋੜ ਅਨੁਸਾਰ ਲਾਹੌਰ ਰਾਜ ਦੇ ਕਿਸੇ ਖੇਤਰ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਉੱਥੋਂ ਦੇ ਕਿਲੇ ਉੱਤੇ ਕਬਜ਼ਾ ਕਰ ਸਕਦਾ ਹੈ। ਮਹਾਰਾਜਾ ਦਲੀਪ ਸਿੰਘ ਦੀ ਰੱਖਿਆ ਲਈ ਅੰਗਰੇਜ਼ ਫੌਜ ਲਾਹੌਰ ਵਿੱਚ ਰਹਿੰਦੀ ਰਹੇਗੀ। ਲਾਹੌਰ ਦਰਬਾਰ ਅੰਗਰੇਜ਼ ਫੌਜ ਦੇ ਖਰਚ ਲਈ 22 ਲੱਖ ਰੁਪਏ ਸਾਲਾਨਾ ਦੇਵੇਗੀ। ਮਹਾਰਾਣੀ ਜਿੰਦਾਂ ਨੂੰ ਅੱਗੋਂ ਲਈ ਕੇਵਲ 1.5 ਲੱਖ ਰੁਪਇਆ ਸਾਲਾਨਾ ਖਰਚ ਲਈ ਮਿਲੇਗਾ। ਇਹ ਸੰਧੀ ਪੱਤਰ ਮਹਾਰਾਜਾ ਦੇ ਬਾਲਗ ਹੋਣ ਤੋਂ ਬਾਅਦ ਖਤਮ ਸਮਝਿਆ ਜਾਵੇਗਾ। ਇਸ ਐਧਨਾਮੇ ਵਿੱਚ ਰਾਣੀ ਜਿੰਦਾਂ ਦਾ ਲਾਹੌਰ ਰਾਜ ਵਿੱਚ ਅਧਿਕਾਰ ਅਤੇ ਦਖਲ ਖਤਮ ਹੋ ਗਿਆ। ਅੰਗਰੇਜ਼ਾਂ ਵੱਲੋਂ ਹੈਨਰੀ ਲਾਰੈਂਸ ਨੂੰ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਇਸ ਐਧਨਾਮੇ ਅਨੁਸਾਰ 8 ਸ਼ਖਸੀਅਤਾਂ ਤੇਜ ਸਿੰਘ, ਸ਼ੇਰ ਸਿੰਘ ਅਟਾਰੀਵਾਲਾ, ਦੀਵਾਨ ਦੀਨਾਨਾਥ, ਫਕੀਰ ਨੂਰਉਦੀਨ, ਰਣਜੋਧ ਸਿੰਘ ਮਜੀਠੀਆ,
ਭਾਈ ਨਿਧਾਨ ਸਿੰਘ, ਆਤਰ ਸਿੰਘ ਅਤੇ ਸ਼ਮਸ਼ੇਰ ਸਿੰਘ ਸੰਧਾਵਾਲੀਆ ਦੀ ਕੌਂਸਲ ਬਣਾਈ ਗਈ, ਜਿਸ ਦੀ ਜ਼ਿੰਮੇਵਾਰੀ ਲਾਹੌਰ ਦਰਬਾਰ ਦੇ ਅੰਦਰਲੇ ਪ੍ਰਬੰਧ ਨੂੰ ਚਲਾਉਣਾ ਸੀ। ਜੁਲਾਈ 1847 ਈਸਵੀ ਵਿੱਚ ਗਵਰਨਰ ਨੇ ਰੈਜ਼ੀਡੈਂਟ ਨੂੰ ਇਹ ਅਧਿਕਾਰ ਦੇ ਵੀ ਦਿੱਤਾ ਕਿ ਉਹ ਕੌਂਸਲ ਦੇ ਮੈਂਬਰਾਂ ਨੂੰ ਹਟਾ ਅਤੇ ਨਿਯੁਕਤ ਕਰ ਸਕਦਾ ਹੈ। ਨਾਲੇ ਜਿੱਥੇ ਚਾਹੇ ਉਹ ਸਿੱਖ ਫੌਜ ਹਟਾ ਕੇ ਅੰਗਰੇਜ਼ ਫੌਜ ਰੱਖ ਸਕਦਾ ਹੈ। ਇਸ ਤਰ੍ਹਾਂ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਵਿੱਚ ਆਪਣਾ ਦਾਅਵਾ ਹੱਦੋਂ ਵੱਧ ਵਧਾ ਲਿਆ। ਸਿੱਖ ਤਵਾਰੀਖ ਵਿੱਚੋਂ ਨਵਾਂ ਵਿਸ਼ਾ ਲੈ ਕੇ ਜਲਦ ਹਾਜ਼ਰ ਹੁੰਦੇ ਹਾਂ।